ਪ੍ਰਧਾਨਗੀ ਦਾ ਸਵਾਲ ਪ੍ਰਧਾਨਗੀ ਕਿਤੇ ਐਂ ਬਣ ਜਾਂਦੀ ਹੈ ਵੀ ਆਪਾਂ ਕਿਹਾ ਦੋ ਬੰਦਿਆਂ ਨੇ ਤੇ ਪ੍ਰਧਾਨਗੀ ਦੇ ਵਾਸਤੇ ਕੋਈ ਸਿਸਟਮ ਹੈ, ਚੋਣਾਂ ਨੇ, ਭਰਤੀ ਹੈ, ਕੇਡਰ ਹੈ, ਵਰਕਿੰਗ ਕਮੇਟੀ ਹੈ, ਹਾਊਸ ਹੈ 465 ਬੰਦਿਆਂ ਦਾ, ਫਿਰ ਜਾ ਕੇ ਹੁੰਦੀ ਹੈ। ਇਸ ਕਰਕੇ ਇਹ ਤੀਜੀ ਗੱਲ, ਕਦੇ ਮੈਂ ਜ਼ਿੰਦਗੀ 'ਚ ਪਾਰਟੀ 'ਚ ਕਦੇ ਸੋਚਿਆ ਹੀ ਨਹੀਂ ਕਿ ਮੈਂ ਪਾਰਟੀ ਦਾ ਡਿਸਪਲਿਨ ਭੰਗ ਕਰ ਸਕਦਾ, ਮੈਂ ਸੋਚ ਸਕਦਾ ਕਿ ਮੈਂ ਆਹ ਗਲਤੀ ਕਰਾਂਗਾ। ਕਦੇ ਮੈਂ ਸਾਰੇ ਕੇਡਰ ਨੂੰ ਅਪੀਲ ਕਰਦਾ, ਪ੍ਰੈਸ ਨੂੰ ਅਪੀਲ ਕਰਦਾ, ਗੁਰੂ ਕਿਰਪਾ ਕਰੇ ਮੇਰੇ ਸਿਰ 'ਤੇ ਹੱਥ ਰੱਖੇ। ਮੈਂ ਅੱਜ ਤੱਕ ਗੁਰੂ ਨੇ ਅਸੂਲਾਂ ਤੋਂ ਡਿੱਗਣ ਤੱਕ ਕਦੇ ਵੀ ਮੈਂ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਜੇ ਮੈਨੂੰ ਮਾਂਜਿਆ ਝਾੜੂ ਲਾਉਣ ਨੂੰ ਕਹਿਣੋਂ ਕਰ ਸਕਦਾ, ਲੇਕਿਨ ਪਾਰਟੀ ਦੀ ਗੱਲ ਕਦੇ ਹੇਠਾਂ ਆਉਣ ਵਾਸਤੇ ਮੈਂ ਕਦੇ ਜ਼ਿੰਦਗੀ ਸੋਚ ਨਹੀਂ ਸਕਦਾ। ਇਸ ਕਰਕੇ ਮੈਂ ਸਾਰਿਆਂ ਨੂੰ, ਮੇਰੇ ਦੋਸਤਾਂ ਨੂੰ, ਮੇਰੇ ਸੀਨੀਅਰ ਸਾਥੀਆਂ ਨੂੰ, ਸਭ ਨੂੰ ਅਪੀਲ ਕਰਦਾ ਕਿ ਨਹੀਂ, ਆਹ ਵਕਤ ਹੈ ਜਿਸ ਵਕਤ ਅਸੀਂ ਤਗੜੇ ਹੋ ਕੇ ਏਕਤਾ ਨਾਲ ਅਸੀਂ ਇਹ ਸਾਰੀ ਫਤਿਹ ਕਰਨੀ ਹੈ। ਔਰ ਮੈਨੂੰ ਯਕੀਨ ਹੈ ਕਿ ਅਸੀਂ ਐਡੇ ਐਡੇ ਕ੍ਰਾਈਸ 'ਚੋਂ ਨਿਕਲਿਆ, ਗੋਲੀ ਚੱਲਦੀ ਤੋਂ ਸਾਡੇ ਨਾਲ ਕੋਈ ਬੰਦਾ ਚੜ੍ਹਦਾ ਨਹੀਂ ਸੀ ਹੁੰਦਾ ਗੱਡੀ 'ਚ। 10-10 ਬੰਦਿਆਂ ਨੂੰ ਮੈਂ ਤੇ ਬਾਲ ਸਾਹਿਬ ਜਾ ਕੇ 20-20 ਬੰਦਿਆਂ ਨੂੰ ਉਹ ਬਾਬਾ ਡੇਰਾ ਬਾਬਾ ਨਾਨਕ ਜਾ ਕੇ ਰਾਤ ਦੇ 3-3 ਵਜੇ ਆਉਂਦੇ ਰਿਹਾ। ਕੋਈ ਸੋਚਦਾ ਹੀ ਨਹੀਂ ਸੀ, ਕਹਿੰਦੇ ਸੀ ਬਾਲ ਸਾਹਿਬ ਤੁਹਾਨੂੰ ਟਰੈਕਟਰ 'ਤੇ ਚੜ੍ਹਾਤਾ, ਅਕਾਲੀ ਦਲ ਤਾਂ ਖਤਮ ਕਰਤਾ। ਤੇ ਜੋ ਉਸ ਵੇਲੇ ਆ ਕੇ 3 ਵਾਰ ਰਾਜ ਕਰ ਸਕਦੇ, ਹੁਣ ਤਾਂ ਗੱਲ ਹੀ ਕੁਛ ਨਹੀਂ, ਹੁਣ ਤਾਂ ਵੋਟਾਂ ਹੀ ਨੇ। ਇਸ ਕਰਕੇ ਕੋਈ ਐਸੀ ਗੱਲ ਨਹੀਂ, ਗੁਰੂ ਕਿਰਪਾ ਕਰੇਗਾ, ਸਭ ਠੀਕ ਹੋਏਗਾ। ਬਾਕੀ ਜਿਹੜੇ ਕੋਈ ਵਿਚਾਰ ਨਾ ਬਲਵਿੰਦਰ ਸਿੰਘ ਕੋ ਕਹਿ ਸਕਦਾ, ਨਾ ਕੋਈ ਵਿਚਾਰ ਦੀ ਤਾਂ ਗੱਲ ਆਈ ਹੈ। ਪਾਰਟੀ ਦੇ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਵਿਚਾਰ ਹੁੰਦੇ ਨੇ। ਕਦੇ ਇਹੋ ਜਿਹੇ ਸਮਿਆਂ 'ਚ ਆ ਕੇ ਪਾਰਟੀ ਦੀ ਲੀਡਰਸ਼ਿਪ ਨਹੀਂ ਬਦਲੀ ਜਾਂਦੀ, ਪਾਰਟੀ ਨੂੰ ਤਕੜਾ ਕਿਵੇਂ ਕੀਤਾ ਜਾਂਦਾ ਸੋਚਿਆ ਜਾਂਦਾ। ਇਕਬਾਲ ਸਿੰਘ ਝੁੰਗਾ ਜੀ ਦੀ ਅਗਵਾਈ ਦੇ ਵਿੱਚ 13 ਮੈਂਬਰੀ ਤੁਹਾਡੀ ਕਮੇਟੀ ਬਣੀ ਸੀ, ਸਮੀਖਿਆ ਕਮੇਟੀ ਜਿਹੜੀ, ਉਹਨਾਂ ਨੇ ਰਿਪੋਰਟ ਵੀ ਸਬਮਿਟ ਤੁਹਾਨੂੰ ਕਰਤੀ ਹੋਈ ਆ। ਔਰ ਉਸ ਤੋਂ ਪਹਿਲਾਂ ਵੀ ਤੁਸੀਂ ਕਿਹਾ ਸੀ ਵੀ ਇਹ ਆਪਾਂ ਰਿਪੋਰਟ ਨੂੰ ਜਿਹੜਾ ਜਨਤਕ ਕਰਾਂਗੇ, ਉਹਦੇ ਬਾਰੇ ਫੈਸਲਾ ਲਵਾਂਗੇ। ਪਰ ਦੂਸਰਾ ਨਾਲ ਹੀ ਤੁਸੀਂ ਇੱਕ ਵਾਰੀ ਉਹ ਕਿਹਾ ਸੀਗਾ ਵੀ ਸੰਗਰੂਰ ਇਲੈਕਸ਼ਨ ਤੋਂ ਬਾਅਦ ਜਿਹੜਾ ਆਪਾਂ ਇਹਦੇ ਬਾਰੇ ਕਰਾਂਗੇ। ਰਿਪੋਰਟ ਸਬਮਿਟ ਹੋਈ ਨੂੰ ਵੀ ਕਾਫੀ ਸਮਾਂ ਹੋ ਗਿਆ, ਉਹਦੇ ਬਾਰੇ ਤੁਹਾਡਾ ਕੀ? ਉਹਦੇ 'ਚ ਇਹੋ ਹੀ ਆ ਜੋ ਤੁਸੀਂ ਕੁਐਸਚਨ ਕੀਤਾ, ਆਪੇ ਆਨਸਰ ਕੀਤਾ ਕਿ ਅਸੀਂ ਪਹਿਲਾਂ ਸੰਗਰੂਰ ਬਾਈ ਇਲੈਕਸ਼ਨ ਸੀ, ਹੁਣ ਇਲੈਕਸ਼ਨ ਹੋ ਗਈ। ਜਦੋਂ ਅਸੀਂ ਕੋਰ ਕਮੇਟੀ ਬੈਠਾਂਗੇ, ਹਮੇਸ਼ਾ ਪਾਰਟੀ ਦੇ ਜਿਹੜੇ ਮਸਲੇ ਸੀਕ੍ਰੇਟ ਹੁੰਦੇ ਨੇ, ਕਮੇਟੀਆਂ ਬਣਦੀਆਂ, ਜਦੋਂ ਪਾਰਟੀ ਬੈਠਦੀ ਹੈ ਉਹਦੇ 'ਚ ਕੀਤਾ ਜਾਂਦੇ। ਪਹਿਲਾਂ ਹੀ ਪ੍ਰੈਸ ਨੂੰ ਦੇ ਦੀ ਉਹਦੀ ਵੈਲਿਊ ਖਤਮ ਹੋ ਜਾਂਦੀ ਹੈ ਔਰ ਡਿਸਪਲਿਨ ਵੀ ਨਹੀਂ ਹੁੰਦਾ। ਇਸ ਕਰਕੇ ਅਸੀਂ ਜਿਸ ਦਿਨ ਪਾਰਟੀ ਬੈਠਾਂਗੇ ਉਸ ਦਿਨ ਉਸ ਰਿਪੋਰਟ ਖੋਲਾਂਗੇ, ਉਹਦੇ ਮੁਤਾਬਕ ਅਸੀਂ ਜੋ ਵੀ ਰਿਪੋਰਟ ਸੁਝਾਅ ਅਸੀਂ ਉਹਨੂੰ ਲਾਗੂ ਕਰਾਂਗੇ। ਪਿਛਲੇ ਸਮੇਂ 'ਚ ਗਲਤੀਆਂ ਕੀ ਹੋਈਆਂ ਕਿ ਤੁਹਾਨੂੰ ਦੱਸੀ ਹੋਣਗੀਆਂ, ਕੀ ਮੰਨਦੇ ਹੋ ਮੁੱਖ ਜੇ ਆਪਾਂ 2-4 ਗਲਤੀਆਂ ਦੱਸੀਆਂ ਹੋਣ ਵੀ ਪਾਰਟੀ ਕੋਲੋਂ ਇਹ ਰਹੀਆਂ, ਤੇ ਉਹ ਕਿਹੜੀਆਂ ਸੀਗੀਆਂ? ਦੇਖੋ, ਮੈਂ ਤੋਂ ਜਿੱਥੋਂ ਤੱਕ ਕਹੋਗੇ ਉਹ ਤਾਂ ਕੁਛ ਵੀ ਅਸੀਂ ਕਿਸੇ ਚੀਜ਼ ਨੂੰ ਨੈਗੇਟਿਵ ਪੋਜ਼ੀਟਿਵ ਸੋਚ ਨਹੀਂ ਦਾ। ਜਿਵੇਂ ਦੋ ਕਿਸਮ ਦੇ ਲੋਕ ਹੈ, ਮੈਂ ਤੁਹਾਨੂੰ ਪਾਰਟੀ ਦੀ ਗਲਤੀਆਂ ਤੋਂ ਕੁਦਰਤ 'ਤੇ ਲਿਜਾਣਾ। ਹੋ ਸਕਦਾ ਤੁਸੀਂ ਪ੍ਰਮਾਤਮਾ ਨੂੰ ਮੰਨਦੇ ਹੋ ਸਕਦਾ ਮੈਂ ਨਾ ਮੰਨਦਾ ਹਾਂ, ਲੇਕਿਨ ਸਾਬਤ ਤੁਸੀਂ ਵੀ ਨਹੀਂ ਕਰ ਸਕਦੇ, ਸਾਬਤ ਮੈਂ ਵੀ ਨਹੀਂ ਕਰ ਸਕਦਾ। ਇਹ ਆਪੋ ਆਪਣੀ ਸੋਚ ਹੈ ਕਿ ਕਿਸੇ ਚੀਜ਼ ਨੂੰ ਕਿਸ ਐਂਗਲ ਤੋਂ ਦੇਖਦੇ ਹੋ। ਮੈਂ ਉਸ ਐਂਗਲ ਤੋਂ ਦੇਖਦਾ ਕਿ ਪਰਮਾਤਮਾ ਹੈ, ਉਹ ਸ਼ਕਤੀਸ਼ਾਲੀ ਹੈ, ਉਹਦੇ ਮੁਤਾਬਕ ਦੁਨੀਆ ਚੱਲਦੀ। ਤੁਸੀਂ ਕਹਿੰਦੇ ਨਹੀਂ। ਇਸ ਕਰਕੇ ਮੈਂ ਤੁਹਾਨੂੰ ਕਿਸੇ ਆਰਗੂਮੈਂਟ ਨਾਲ ਨਹੀਂ ਕਹਿ ਸਕਦਾ ਕਿ ਮੈਂ ਠੀਕ ਹਾਂ ਤੁਸੀਂ ਗਲਤ ਹੋ। ਸੋਚ ਹੈ ਮੇਰੀ ਤੇ ਤੁਹਾਡੀ ਸੋਚ ਤੁਹਾਡੀ ਹੈ। ਇਸ ਕਰਕੇ ਗਲਤੀਆਂ ਬਾਰੇ ਹੈ ਕੋਈ ਆਪਦੀ ਸੋਚ ਕਰੀ ਜਾਵੇ। ਦੇਖੋ, ਪਾਰਟੀਆਂ ਕੰਮ ਕਰਦੀਆਂ। ਪਹਿਲਾਂ ਵੀ ਪ੍ਰਕਾਸ਼ ਸਿੰਘ ਬਾਦਲ ਸਾਹਿਬ, ਉਸ ਤੋਂ ਪਹਿਲਾਂ ਲੌਂਗੋਵਾਲ ਸਾਹਿਬ, ਤੁੜ ਸਾਹਿਬ, ਸੰਤ ਬਾਬਾ ਫਤਿਹ ਸਿੰਘ ਵੇਲੇ ਮੈਂ ਪਾਰਟੀ 'ਚ ਆਇਆ, ਛੋਟਾ ਹੀ ਸੀ ਮੈਂ, 22-21 ਸਾਲ ਦਾ ਸੀ। ਤੇ ਉਸ ਵੇਲੇ ਤੋਂ ਲੈ ਕੇ ਪਾਰਟੀ 'ਚ ਕਈ ਵਾਰੀ ਕਿੰਤੂ ਪਰੰਤੂ ਹੁੰਦੇ ਰਹਿੰਦੇ ਨੇ, ਲੇਕਿਨ ਉਹਦੇ ਨਾਲ ਕੋਈ ਇੱਕ ਬੰਦੇ ਕਿੰਤੂ ਕਰਨ ਨਾਲ ਪਾਰਟੀਆਂ 'ਚ ਗਲਤੀਆਂ ਵਾਲੀ ਗੱਲ ਨਹੀਂ ਹੁੰਦੀ। ਪਾਰਟੀ ਹਮੇਸ਼ਾ ਲੜਦੀ ਹੈ। ਜਿਸ ਵੇਲੇ ਐਮਰਜੈਂਸੀ, ਮੈਂ ਤਾਂ ਤੁਹਾਨੂੰ ਉਹ ਗੱਲਾਂ ਦੱਸਦਾ ਜਿਹੜੀਆਂ ਹਿਸਟਰੀ ਦੀਆਂ ਨੇ। ਅੱਜ ਮੈਂ ਤੁਹਾਨੂੰ ਉਹ ਗੱਲ ਦੱਸਣ ਲੱਗਾ ਕਿ ਜਦੋਂ ਐਮਰਜੈਂਸੀ ਆਈ ਹੈ, ਸਾਨੂੰ ਤਾਂ ਸਾਰ ਜੀ ਤਸਤਰੀ 'ਚ ਪਾ ਕੇ ਸਭ ਕੁਝ ਦਿੰਦੇ ਸੀ। ਮੈਂ MLA ਸੀ, ਮੇਰੇ ਕੋਲ ਸੁਨੇਹੇ ਆਉਂਦੇ ਸੀ ਕਿ ਤੁਸੀਂ ਲੜੋ ਨਾ, ਜੋ ਕਹਿੰਦੇ ਉਹ ਸਾਰਾ ਕੁਝ ਅਸੀਂ ਦੇਣ ਨੂੰ ਤਿਆਰ ਹਾਂ। ਲੇਕਿਨ ਕਿ ਨਹੀਂ, ਅਸੀਂ ਬੈਠੇ 7 ਬੰਦੇ। ਅੱਜ ਉਹ 7 ਚੋਂ ਇਕੱਲੇ ਬਾਲ ਸਾਹਿਬ ਹੈ ਜਾਂ ਦੂਸਰਾ ਮੈਂ ਆ। ਮੈਂ ਛੋਟਾ ਸੀ MLA, ਇਸ ਕਰਕੇ ਵਿੱਚ ਬੈਠਾ ਸੀ। ਪ੍ਰਧਾਨ ਤੁੜ ਸਾਹਿਬ ਸੀ, ਜਗਦੇਵ ਸਿੰਘ ਤਲਵੰਡੀ, ਟੌਰਾ ਸਾਹਿਬ, ਬਾਦਲ ਸਾਹਿਬ, ਆਤਮਾ ਸੋ, ਬਲਵੰਤ ਸੋ, ਬਰਨਾਲਾ ਸਾਹਿਬ, ਜਸਵਿੰਦਰ ਬਰਾੜ, ਮੈਂ ਵਿੱਚ ਬੈਠਾ ਸੀ। ਇਹ ਤਾਂ ਡਿਸਕਸ਼ਨ ਹੋਈ ਕਿ ਕੀ ਕਰਨਾ ਚਾਹੀਦਾ, ਲੇਕਿਨ ਅਖੀਰ ਡਿਸਕਸ਼ਨ ਕਰਕੇ 4 ਘੰਟਿਆਂ ਤੋਂ ਬਾਅਦ ਆਇਆ ਕਿ ਨਹੀਂ, ਸਾਨੂੰ ਲੜਨਾ ਚਾਹੀਦਾ। ਇਹ ਦੇਸ਼ ਦੀ ਦੂਜੀ ਗੁਲਾਮੀ ਹੈ। ਅਗਰ ਅਸੀਂ ਇਸ ਦੇਸ਼ 'ਚੋਂ ਕਿਸੇ ਇਸ ਗੱਲ ਪਿੱਛੇ ਕਿ ਉਹਨਾਂ ਨੇ ਸਾਨੂੰ ਕਹਿਤਾ ਮੰਗਾਂ ਮੰਨ ਲਈਆਂ, ਤੇ ਇਹ ਤਾਂ ਮਤਲਬ ਕਿ ਅਸੀਂ ਗੁਲਾਮੀ ਵਾਲੇ ਪਾਸੇ ਖੜ੍ਹ ਜਾਈਏ। ਇਸ ਕਰਕੇ ਇਸ ਪਾਰਟੀ ਦਾ ਬੜਾ ਸੁਨਹਿਰੀ ਇਤਿਹਾਸ ਹੈ। ਜਿਸ ਵੇਲੇ ਵੀ ਇਹ ਸ਼ੁਰੂ ਹੋਈ ਹੈ ਉਸ ਵੇਲੇ ਤੋਂ ਲੈ ਕੇ ਮੈਂ ਤੁਹਾਨੂੰ ਵੀ ਅਪੀਲ ਕਰੂੰਗਾ ਕਿ ਮੈਂ ਨਹੀਂ ਕਹਿੰਦਾ ਕਿ ਮੇਰੀ ਗੱਲ ਹੀ ਤੁਸੀਂ ਮੰਨਿਓ, ਲੇਕਿਨ ਕਦੇ ਤੁਸੀਂ ਹਿਸਟਰੀਆਂ ਪੜ੍ਹ ਕੇ ਦੇਖੋ ਜਿਹੜੀਆਂ ਅੰਗਰੇਜ਼ ਦੀਆਂ ਤੇ ਤੇਜਾ ਸੁਤੰਤਰ ਵਰਗਾਂ ਦੀਆਂ ਲਿਖੀਆਂ ਨੇ, ਉਹਨਾਂ ਦੀਆਂ ਅਗਵਾਈਆਂ ਪਾ ਕੇ ਕਿਸ ਤਰ੍ਹਾਂ ਦੇ ਬਜ਼ੁਰਗ ਸਾਡੇ ਲੜੇ ਆ। ਤੇ ਉਹ ਐਮਰਜੈਂਸੀ ਲੜਾਈ ਵੀ ਮੈਨੂੰ ਪਤਾ ਹੈ ਕਿ ਸਾਨੂੰ ਕਿ ਮੈਨੂੰ ਕਹਿੰਦੇ ਸੀ, ਮੇਰੇ ਹੱਥਕੜੀ MLA ਲਾ ਨਹੀਂ ਸਕਦੇ, ਮੇਰੇ ਹੱਥਕੜੀ ਲੱਗੀ ਹੁੰਦੀ ਸੀ, ਬਠਿੰਡੇ ਜੇਲ੍ਹ 'ਚ ਮੈਨੂੰ ਲਿਆਉਂਦੇ ਸੀ। ਜਦੋਂ ਕਿ ਉਹ ਕਮਲਾ ਥਾਣੇਦਾਰ ਮੈਨੂੰ ਪੈਦਲ ਤੋੜ ਕੇ ਲੈ ਗਿਆ
ਤੇ ਅਸੀਂ ਮੁਰਦਾ ਜਿੰਦਾਬਾਦ ਕਰੇਗੇ। ਮੇਰੇ ਮਗਰ ਕਰਦੇ ਜਾਣ ਉਹ ਆਹ ਕੱਲ੍ਹ ਦਾ ਜਵਾਕ ਹੈ, ਇਹ ਕਿਉਂ ਪੰਗਾ ਲਈ ਬੈਠਾ ਹੈ? ਉਹ ਯਾਰ ਆਹ ਤਾਂ ਮੁੰਡਾ ਆਪਣਾ MLA ਕੱਲ੍ਹ ਦਾ। ਹੁਣ ਮਾਨਸਾ ਮੇਰੇ ਮਗਰ ਮੇਰਾ ਇਲਾਕਾ ਸੀ, ਉਹਨੂੰ ਕਿਹੜੇ ਸੀ ਮਗਰ ਕਰਦੇ ਹੁਣ, ਕੋਈ ਮੇਰੀ ਉਮਰ ਹੀ ਸਾਰੀ ਉਹ ਛੋਟੀ 26-27 ਸਾਲ ਦੀ ਸੀ। ਇਸ ਕਰਕੇ ਇਹ ਜਿਹੜਾ ਸਮਾਂ ਹੈ, ਹਾਲਾਤ ਹੈ ਔਖੇ ਤੋਂ ਔਖੇ, ਉਹ ਦੋ ਖਿਆਲ ਹੁੰਦੇ ਨੇ, ਯਾਰ ਗਲਤ ਹੋ ਗਿਆ ਤਾਂ ਠੀਕ ਹੋ ਗਿਆ। ਲੇਕਿਨ ਜੇ ਤੁਹਾਡੇ ਇਰਾਦੇ ਸਖਤ ਨੇ ਤੇ ਦੁਨੀਆ ਦੀ ਕੋਈ ਤਾਕਤ ਨਹੀਂ ਜਿਹੜੇ ਤੁਹਾਡੇ ਤੁਸੀਂ ਕਿਸੇ ਚੀਜ਼ ਨੂੰ ਫਸੇ। ਜਗਜੀਤ ਬਰਾੜ ਜੋ ਚੀਜ਼ ਕਹਿ ਰਹੇ ਨੇ ਕਿ ਸਭ ਤੋਂ ਸੀਨੀਅਰ ਤੁਸੀਂ ਉਹ ਬਲਵਿੰਦਰ ਭੁੱਲਰ ਸਭ ਤੋਂ ਸੀਨੀਅਰ ਨੇ ਔਰ ਪਾਰਟੀ ਦੇ ਸਟਰਕਚਰ ਨੂੰ ਚੇਂਜ ਕਰਨ ਤੇ ਵਿਚਾਰ ਹੋ ਰਿਹਾ। ਉਹਨਾਂ ਨੇ ਇੰਡੀਕੇਸ਼ਨ ਵੀ ਦਿੱਤੀ ਹੈ ਕਿ ਜਲਦ ਬਦਲਾਅ ਹੋਏਗਾ, ਕੋਰ ਕਮੇਟੀ 'ਚ ਚਰਚਾ ਵੀ ਹੋਏਗੀ, ਰਿਪੋਰਟ ਆਈ ਹੈ ਇੰਟਰਨਲ। ਤੇ ਜਗਮੀਤ ਬਰਾੜ ਕਹਿ ਰਹੇ ਨੇ, ਉਹ ਸੀਨੀਅਰ ਪ੍ਰਧਾਨ ਵੀ ਨੇ ਕੋਰ ਕਮੇਟੀ ਦੇ। ਦੇਖੋ ਮੇਰੇ ਸਾਰੇ ਸਾਥੀ ਬਹੁਤ ਪਿਆਰੇ ਨੇ, ਮੈਂ ਕਦੇ ਹਰ ਇੱਕ ਬੰਦੇ ਦੀ ਮੈਂ ਸਤਿਕਾਰ ਕਰਦਾ, ਹਰ ਇੱਕ ਨੂੰ ਪਿਆਰ ਕਰਦਾ। ਪਾਰਟੀ ਚੱਲਦੀ ਤਾਂ ਹੈ, ਬਾਕੀ ਸੀਨੀਅਰ ਮੈਂ ਨਹੀਂ ਕਹਾ ਸਕਦਾ। ਸੀਨੀਅਰ ਤਾਂ ਬਾਦਲ ਸਾਹਿਬ ਉਸ ਤੋਂ ਵੱਡੇ ਜਾਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਜੀ ਹੈ। ਮੈਂ ਵੀ ਇੱਕ ਸੇਵਾਦਾਰ ਹਾਂ ਦੂਜੇ ਦੀ ਤਰ੍ਹਾਂ। ਇਸ ਕਰਕੇ ਜੋ ਉਹਨਾਂ ਨੇ ਕਿਹਾ ਮੈਂ ਦੇਖੋ ਉਸ ਨੂੰ ਪੂਰਾ ਸੁਣਿਆ ਨਹੀਂ ਕੀ ਕਿਹਾ, ਲੇਕਿਨ ਕਈ ਵਾਰੀ ਤੁਸੀਂ ਕੋਈ ਕੁਐਸਚਨ ਕਰਦੇ ਉਹਦਾ ਉਹ ਆਨਸਰ ਦਿੰਦੇ ਨੇ। ਮੈਂ ਉਸ ਗੱਲ 'ਚ ਜ਼ਿਆਦਾ ਨਹੀਂ ਪੈਣਾ। ਉਹ ਕੋਈ ਕਈ ਵਾਰੀ ਕੁਐਸਚਨ ਆਨਸਰ 'ਚ ਕਿਹੜਾ ਬੰਦਾ ਕਿਸ ਕੰਟੈਕਸਟ 'ਚ ਕਹਿ ਰਿਹਾ ਉਹਦੇ 'ਤੇ ਆਪਾਂ ਜੇ ਜ਼ਿਆਦਾ ਜਾਈਏ ਉਹ ਅੱਛਾ ਨਹੀਂ ਲੱਗਦਾ। ਇਹ ਮੇਰੀ ਇਹੋ ਹੀ ਅਪੀਲ ਹੈ ਸਾਰਿਆਂ ਨੂੰ ਕਿ ਜੇ ਕੋਈ ਵੀ ਗੱਲ ਅਸੀਂ ਕਰਾਂਗੇ ਅਸੀਂ ਬਹਿ ਕੇ ਪਾਰਟੀ 'ਚ ਅੰਦਰ ਬੈਠ ਕੇ ਕਰਾਂਗੇ, ਬਾਹਰ ਬੈਠ ਕੇ ਅਸੀਂ ਕੋਈ ਗੱਲ ਨਹੀਂ ਕਰਾਂਗੇ। ਔਰ ਮੈਨੂੰ ਯਕੀਨ ਹੈ ਕਿ ਮੇਰੇ ਸਾਰੇ ਸੀਨੀਅਰ ਸਾਥੀ ਜਿਹੜੇ ਅਸੀਂ ਸਾਰੇ ਇਕੱਠੇ ਹੋ ਕੇ ਅਸੀਂ ਬੈਠ ਕੇ ਅਸੀਂ ਪਾਰਟੀ ਨੂੰ ਅੱਗੇ ਲਿਜਾਵਾਂਗੇ। ਸਾਹਿਬ ਇੱਕ ਚੀਜ਼ ਉਹ ਕਹਿ ਰਹੇ ਨੇ ਕਿ ਅਕਾਲੀ ਦਲ ਔਰ ਬਾਦਲ ਪਰਿਵਾਰ ਇਹ ਦੋਨਾਂ 'ਚ ਫਰਕ ਸਮਝਣ ਦੀ ਜ਼ਰੂਰਤ ਹੈ ਅੱਜ ਲੋਕਾਂ ਨੂੰ, ਔਰ ਇਹੀ ਫਰਕ ਪਾਰਟੀ ਨੇ ਵੀ ਸਮਝਿਆ, ਇਸੇ ਕਰਕੇ ਤਬਦੀਲੀ ਆਈ ਔਰ ਤੁਹਾਨੂੰ ਪ੍ਰਧਾਨ ਬਣਾਇਆ ਗਿਆ। ਅਸਲ 'ਚ ਅਕਾਲੀ ਦਲ ਤੇ ਬਾਦਲ ਪਰਿਵਾਰ ਦੋ ਚੀਜ਼ਾਂ ਨਹੀਂ, ਅਕਾਲੀ ਦਲ ਇੱਕੋ ਹੀ ਹੈ। ਬਾਦਲ ਪਰਿਵਾਰ ਇਹ ਕਹਿ ਸਕਦੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 50 ਸਾਲ ਬਹੁਤ ਲੜਾਈਆਂ ਲੜਦੇ ਇੱਕ ਸਮਾਂ ਆ ਗਿਆ ਕਿ ਉਹਨੂੰ ਪ੍ਰਧਾਨ ਬਣਾਇਆ ਗਿਆ। ਪ੍ਰਧਾਨ ਬਣਾਉਣ ਵੇਲੇ ਉਸ ਵੇਲੇ ਜਿਵੇਂ ਅੱਜ ਵੀ ਗਰੁੱਪ ਅੱਡ ਚੱਲ ਪਏ ਨੇ, ਕੋਈ ਅੰਮ੍ਰਿਤਸਰ ਕੋਈ ਫਲਾਣਾ 1920, ਉਸ ਵੇਲੇ ਜਦੋਂ ਪ੍ਰਧਾਨ ਅੱਡ ਬਣੇ ਤਾਂ ਇਸ ਕਿਉਂਕਿ ਬਾਦਲ ਸਾਹਿਬ ਪ੍ਰਧਾਨ ਸੀ, ਟੌਹਰਾ ਸਾਹਿਬ ਨਾਲ ਸੀ। ਜਦੋਂ ਪ੍ਰਧਾਨ ਬਣਾਏ ਅਨੰਦਪੁਰ ਸਾਹਿਬ ਸਾਡੀ ਮੀਟਿੰਗ ਹੋਈ, ਟੌਹਰਾ ਸਾਹਿਬ ਨਾਲ ਬੈਠੇ ਸੀ, ਉਹਨੇ ਆਪ ਪ੍ਰਪੋਜ਼ ਕੀਤਾ ਇਹ ਨਾਂ, ਤਾਂ ਉਸ ਦਲ ਨੂੰ ਬਾਦਲ ਸਾਹਿਬ ਨੂੰ ਜੋੜਨਾ। ਬਾਦਲ ਸਾਹਿਬ ਨੇ ਇੱਕ ਦਿਨ ਆਪ ਅਪੀਲ ਕੀਤੀ ਪ੍ਰੈਸ ਨੂੰ, ਅਸੀਂ ਨਾਲ ਬੈਠੇ ਸਾਂ, ਕਿ ਵੀ ਮੇਰੇ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਬਾਦਲ ਨਾਂ ਲਿਖਿਆ ਕਰੋ, ਸ਼੍ਰੋਮਣੀ ਅਕਾਲੀ ਦਲ ਹੈ ਇਹ, ਤੁਸੀਂ ਬਾਦਲ ਨਾਂ। ਲੇਕਿਨ ਪ੍ਰੈਸ ਲਿਖ ਦਿੰਦਾ ਹੈ ਜਾਂ ਕੋਈ ਬੰਦਾ ਅੱਡ ਡਿਫਰੈਂਸ਼ੀਏਟ ਕਰਦਾ ਕਹਿ ਦਿੰਦਾ ਹੈ, ਉਹ ਉਸ ਦਾ ਕਾਰਨ ਹੈ। ਹੋਰ ਕੋਈ ਬਾਦਲ ਸਾਹਿਬ ਬਾਦਲ ਕੋਈ ਪਰਿਵਾਰ ਨਹੀਂ, ਉਹ ਇੱਕ ਅਕਾਲੀ ਦਲ ਦੇ ਹੀ ਪ੍ਰਧਾਨ ਸੀ। ਅਕਾਲੀ ਦਲ ਦੇ ਅੱਜ ਸੁਖਬੀਰ ਸਿੰਘ ਬਾਦਲ ਜੀ ਪ੍ਰਧਾਨ ਹੈ। ਇਸ ਕਰਕੇ ਮੈਂ ਪ੍ਰੈਸ ਨੂੰ ਵੀ ਸਭ ਨੂੰ ਬੇਨਤੀ ਕਰਾਂਗਾ ਕਿ ਇਹ ਦੋ ਚੀਜ਼ਾਂ ਨਹੀਂ ਅਲੱਗ-ਅਲੱਗ। ਅਕਾਲੀ ਦਲ ਇੱਕੋ ਹੀ ਹੈ, ਉਹਦਾ ਪ੍ਰਧਾਨ ਹੈ। ਜਿਵੇਂ ਪਹਿਲਾਂ ਬਦਲ ਗਏ, ਅਗਲਾ ਪ੍ਰਧਾਨ ਵੀ ਕੋਈ ਆ ਸਕਦਾ ਹੈ, ਅੱਗੇ ਨੂੰ ਵੀ ਆਉਂਦੇ ਰਹੇਗੇ। ਇਸ ਕਰਕੇ ਇਹਦਾ ਕੋਈ ਇਹ ਨਹੀਂ ਤਲਕ ਕਿ ਜੇ ਬਾਦਲ ਪਰਿਵਾਰ ਹੈ ਫਲਾਣਾ, ਇਹ ਚੀਜ਼ ਨਾਲ ਨਹੀਂ। ਇੰਟਰੋਸਪੈਕਸ਼ਨ ਕੀ ਕਰ ਰਹੇ ਹੋ, ਆਪਣੀ ਹਾਰ ਦੀ ਇੰਟਰੋਸਪੈਕਸ਼ਨ ਕੀ ਕਰ ਰਹੇ ਹੋ? ਕਿਉਂਕਿ 2017 ਦੀ ਤੁਸੀਂ ਚੋਣ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੀ ਅਗਵਾਈ ਦੇ ਵਿੱਚ ਹਾਰੇ, 22 ਦੀ ਹਾਰੇ, ਹੁਣ ਜ਼ਿਮਨੀ ਚੋਣ ਦੀ ਹਾਰੇ ਹੋ ਤੁਸੀਂ। ਉਹਦੇ 'ਚ ਇਹ ਹੁੰਦਾ ਹੈ ਕਿ ਜਿਹੜੀ ਜਿੱਤ ਹਾਰ ਹੈ ਉਹ ਸਾਰੀ ਪਾਰਟੀ ਤੋਂ ਲੜਦੀ ਹੈ, ਪਾਰਟੀ ਦੀ ਹੁੰਦੀ ਹੈ, ਨਾ ਕਿ ਇੱਕ ਬੰਦੇ ਦੀ ਹੁੰਦੀ ਹੈ। ਉਹਦੇ 'ਤੇ ਬਹਿ ਕੇ ਇੰਟਰੋਸਪੈਕਸ਼ਨ ਤਾਂ ਇਹ ਹੈ ਕਿ ਜਿੱਥੇ ਸਾਨੂੰ ਕੋਈ ਕਮੀ ਲੱਗੂ ਜਦੋਂ ਅਸੀਂ ਅੰਦਰ ਬੈਠਾਂਗੇ, ਬੈਠ ਕੇ ਉਸ ਨੂੰ ਦੂਰ ਕਰਨ ਦਾ ਯਤਨ ਕਰਾਂਗੇ। ਲੇਕਿਨ ਉਹ ਅਸੀਂ ਇੱਕ ਬੰਦੇ 'ਤੇ ਪਾਈਏ। ਤੁਸੀਂ ਮੈਨੂੰ ਇਹ ਦੱਸੋ, ਮੈਂ ਤੁਹਾਨੂੰ ਪਿਆਰ ਨਾਲ ਬੇਨਤੀ ਕਰਦਾ ਕਿ ਕਿੱਡੀ ਵੱਡੀ ਤਕੜੀ ਪਾਰਟੀ ਕਹਾਉਂਦੀ ਸੀ ਹਿੰਦੁਸਤਾਨ ਜਾਣਾ ਚਾਹੁੰਦੀ ਹੈ 92 ਤੇ ਕੀ ਹੋਇਆ ਕਿ ਕੱਲ ਦੇ ਦੇ ਫਿਰ ਕੀ ਵੱਲ ਅਸਤੀਫਾ। ਤੇ ਕਾਂਗਰਸ ਲੜਦੀ ਕਿੱਥੇ ਆ ਗਈ, ਹਰ ਸੀਟ ਹਾਰੀ ਜਾਂਦੀ ਹੈ। ਤੇ ਰਾਹੁਲ ਤੇ ਉਹ ਕਿਸੇ ਨੇ ਅਸਤੀਫਾ ਨਹੀਂ ਦਿੱਤਾ। ਅੱਛਾ ਬੀਜੇਪੀ ਜਦੋਂ ਅੱਡ ਹੋਇਆ ਜਨਤਾ ਤੋਂ 80 MPਆਂ ਤੋਂ 2 MPਆਂ ਤੇ ਆ ਗਏ, 2 ਤੋਂ ਫਿਰ 200 ਤੇ ਪਾ ਗਏ, ਹੁਣ 400 ਤੇ ਪਾ ਗਏ। ਇਹ ਤਾਂ ਜਿੱਤਾਂ ਹਾਰਾਂ ਤੇ ਅੱਗੇ ਪਿੱਛੇ ਹੁੰਦਾ ਰਹਿੰਦਾ ਹੈ। ਕਰਨੈਲ ਸਿੰਘ ਪੰਜੋਲੀ ਉਹਨਾਂ ਨੇ ਵੀ ਕਿਹਾ ਕਿ ਸਾਰੇ ਉਹਦੇ ਛੱਡ ਦੇਣੇ ਚਾਹੀਦੇ ਆ, ਕੋਈ ਹਰਪ੍ਰੀਤ ਸਿੰਘ ਹੋਣਾ ਨੂੰ ਸੌਂਪ ਦੇਣੇ ਚਾਹੀਦੇ ਆ। ਮੇਰੀ ਪਿਆਰ ਨਾਲ ਤੁਹਾਨੂੰ ਵੀ ਬੇਨਤੀ ਹੈ ਕਿ ਜਿਹੜੇ ਕੋਈ ਇੰਡੀਵਿਜੂਅਲ ਰਾਏ ਹੁੰਦੀ ਹੈ, ਇਹ ਰਾਇਆਂ ਹੁੰਦੀਆਂ ਨਹੀਂ ਹੈ। ਤੇ ਮੈਂ ਤੁਹਾਨੂੰ ਵੀ ਬੇਨਤੀ ਕਰਾਂ ਕਿ ਇੰਡੀਵਿਜੂਅਲ ਤੇ ਮੈਂ ਕਮੈਂਟ ਨਹੀਂ ਦੇਵਾਂਗਾ। ਤੇ ਮੈਂ ਪਾਰਟੀ ਨੂੰ ਵੀ ਸਾਰੀ ਨੂੰ ਇੱਕ ਉਹਨਾਂ ਦਾ ਸੇਵਾਦਾਰ ਭਰਾ ਨਾਲ ਦੇ ਨਾਤੇ ਕਹਿਣਾ ਚਾਹੁੰਦਾ ਕਿ ਪਾਰਟੀਆਂ ਜਿਵੇਂ ਜੰਗ ਲੱਗਦੀ ਹੈ, ਜੰਗ ਦੇ ਵਿੱਚ ਕਦੇ ਜਰਨੈਲ ਵਿਚਾਲੇ ਨਹੀਂ ਬਦਲੇ ਜਾਂਦੇ, ਬਦਲੇ ਉਹ ਜੰਗ ਹਾਰ ਗਏ ਉਸੇ ਵੇਲੇ। ਜੰਗਾਂ ਵੇਲੇ ਤਾਂ ਜਰਨੈਲ ਨੂੰ ਮਜ਼ਬੂਤ ਕਿਵੇਂ ਕਰਨਾ, ਰਾਖੀ ਕਿਵੇਂ ਕਰਨੀ। ਜਰਨੈਲ ਦੇ ਨਾਲ ਪੂਰੀ ਜਿਹੜੀ ਹੈ ਸੇਨਾ ਬਦਲਣ ਦੀ ਗੱਲ ਚੱਲ ਰਹੀ ਹੈ। ਸੇਨਾ ਨਹੀਂ, ਮੈਂ ਕਹਿ ਰਿਹਾ ਉਹ ਸੇਨਾ ਜਦੋਂ ਬਦਲ ਜਾਏਗੀ ਪਾਰਟੀ ਤੋਂ ਬੈਠੂਗੀ ਕਿ ਮੇਰੇ ਇਕੱਲੇ ਦੇ ਆਖੇ ਨਾ ਬਲਵਿੰਦਰ ਦੇ ਬਦਲੇ ਨਾ ਹੋਰ। ਮੈਂ ਇੱਕ ਤੁਹਾਨੂੰ ਬੇਨਤੀ ਕਰਾਂ, ਇੱਕ ਮਿੰਟ ਇਹ ਇਸ਼ੂ ਨਾ, ਇੱਕ ਮਿੰਟ ਮੈਂ ਜਸਟ ਮਿੰਟ ਓਕੇ ਮੇਰਾ ਲਿੰਕ ਕਰਦਾ। ਓਕੇ, ਤੁਸੀਂ ਬਾਰ-ਬਾਰ ਕਹਿ ਰਹੇ ਹੋ ਜਿਵੇਂ ਰੈਫਰੈਂਸ ਦਾ ਕਾਂਗਰਸ ਦਾ ਹੋਰ ਸਾਰਾ, ਉਹਨਾਂ ਨੇ ਸਮੀਖਿਆ ਕਮੇਟੀਆਂ ਜਾਂ ਇਸ ਤਰ੍ਹਾਂ ਕੋਈ ਉਸ ਤਰ੍ਹਾਂ ਦੀ ਨਹੀਂ ਹੈ ਜੋ ਬਣਾਈਆਂ ਹੋਣਗੀਆਂ ਤੇ ਉੱਤੇ ਅਮਲ ਵੀ ਕੀਤਾ।
ਤੁਹਾਡੀ ਸਮੀਖਿਆ ਕਮੇਟੀ ਨੇ ਰਿਪੋਰਟ ਸਬਮਿਟ ਕਰਤੀ ਹੋਈ ਹੈ, ਉਹਦੇ ਵਿੱਚ ਤੁਸੀਂ ਉਸ ਕਮੇਟੀ ਦੀ ਰਿਪੋਰਟ ਜਿਹੜੀ ਹੈ ਡਿਸਟ੍ਰਿਕਟ ਵਾਈਜ਼ ਉਹਨੇ ਸਾਰਿਆਂ ਨੇ ਕੀਤੀ ਆ, ਉਹ ਜਿਹੜੀ ਆਮ ਵਰਕਰਾਂ ਦੀ ਥੱਲੇ ਰਾਏ ਆ ਉਸ ਰਿਪੋਰਟ ਦੇ ਵਿੱਚ ਆ, ਕੀ ਤੁਸੀਂ ਉਹਨੂੰ ਮਤਲਬ ਉਹਨੂੰ ਮੰਨੋਗੇ ਉਹਨੂੰ? ਨਹੀਂ ਦੇਖੋ, ਜੋ ਹੈਗਾ ਉਹ ਰਿਪੋਰਟ ਮੇਰੇ ਕੋਲ ਆ ਗਈ, ਕਿਉਂਕਿ ਮੈਂ ਉਸ ਕਮੇਟੀ ਦਾ ਚੇਅਰਮੈਨ ਸੀ। ਉਹ ਰਿਪੋਰਟ ਨੂੰ ਅਸੀਂ ਪਾਰਟੀ 'ਚ ਖੋਲਾਂਗੇ, ਖੋਲ ਕੇ ਵਿਚਾਰਾਂਗੇ ਜ਼ਰੂਰ। ਅਸੀਂ ਕਿਉਂ ਨਹੀਂ ਪਾਰਟੀ ਦੀ ਰਾਏ ਮੰਨਣੀ, ਪਾਰਟੀ ਦੀ ਰਾਏ ਮੰਨਾਂਗੇ। ਕਦੋਂ ਵਿਚਾਰੀ ਜਾਏਗੀ ਸਰ? ਛੇਤੀ ਜਿਹੜੀ ਵਰਕਿੰਗ ਕਮੇਟੀ ਹੋਈ ਉਸੇ 'ਚ ਪਹਿਲਾਂ ਜਿਹੜੀ ਅਸੀਂ ਕੋਰ ਕਮੇਟੀ ਸੱਦਾਂਗੇ। ਇੱਕ SYL ਗਾਣਾ ਸਿੱਧੂ ਮੂਸੇਵਾਲਾ ਦਾ YouTube ਤੋਂ ਭਾਰਤ ਤੋਂ ਹਟਾ ਦਿੱਤਾ ਗਿਆ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਉੱਥੇ ਮੈਂ ਜ਼ਰੂਰ ਅਪੀਲ ਕਰਦਾ ਕਿ ਦੇਖੋ, ਇਹ ਜਿਹੜੀ ਹੈਗੀ ਬੋਲਣ ਦੀ ਆਜ਼ਾਦੀ, ਕਿਤੇ ਵੀ ਮੂਸੇ ਵਾਲੇ ਨੇ ਇਹ ਗੱਲ ਨਹੀਂ ਕਹੀ ਜਿਹੜੀ ਕੋਈ ਦੇਸ਼ ਦੇ ਉਲਟ ਹੋਵੇ। ਸਿਰਫ ਉਹਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਪਾਣੀਆਂ ਤੇ ਦਰਿਆਵਾਂ ਤੇ ਪੰਜਾਬ ਦਾ ਹੱਕ ਹੈ, ਸਾਡਾ ਰਾਈਟ ਹੈ। ਤੇ ਦੂਸਰੀ ਬੰਦੀ ਸਿੱਖਾਂ ਦੀ ਰਿਹਾਈ ਦੀ ਜੋ ਹਿਊਮਨ ਰਾਈਟਸ ਕਮਿਸ਼ਨ ਉਹਦੇ ਤੇ ਕਹੀ ਹੈ, ਉਹ ਵੀ ਮੈਂ ਤੁਹਾਨੂੰ ਐਕਸਪਲੇਨ ਕਰਦਾ। ਤੁਸੀਂ ਕੱਲ੍ਹ ਨੂੰ ਕਹੋਗੇ ਤੁਸੀਂ ਕਿਵੇਂ, ਜੇ ਰਾਜੀਵ ਗਾਂਧੀ ਦਾ ਕਾਤਲ ਜਿਹੜਾ ਪ੍ਰਧਾਨ ਮੰਤਰੀ ਸੀ, ਸੁਪਰੀਮ ਕੋਰਟ ਤੋਂ ਛੱਡ ਕੇ ਤੇ ਤਾਮਿਲਨਾਡੂ ਵਾਲੇ ਜਸ਼ਨ ਮਨਾ ਸਕਦੇ ਆ, ਅਸੀਂ ਮੰਗ ਨਹੀਂ ਕਰ ਸਕਦੇ ਹਿਊਮਨ ਰਾਈਟਸ। ਇਸ ਕਰਕੇ ਮੈਂ ਤਾਂ ਹੈਰਾਨ ਆ ਕਿ ਦੇਸ਼ ਦੇ ਲੋਕ ਕੀ ਸੋਚਦੇ ਆ, ਕਿੱਧਰ ਨੂੰ ਗੱਲ ਲੈ ਜਾਂਦੇ ਆ। ਔਰ ਤੁਹਾਨੂੰ ਵੀ ਅਪੀਲ ਕਰਦਾ ਕਿ ਦੇਖੋ, ਇਹਨਾਂ ਲੋਕਾਂ ਨੇ ਜਿਹੜਾ ਕੀਤਾ, ਕੋਈ 30 ਸਾਲ, ਕੋਈ 28 ਸਾਲ, ਕੋਈ ਦਵਿੰਦਰ ਭੁੱਲਰ, ਤਾਂ ਸਾਰਾ ਕੁਝ ਕਲੀਅਰ ਹੈ। ਇਕੱਲੀ ਸਾਈਨ ਮੰਗਦੇ ਆ, ਇਕੱਲੇ ਸਾਈਨ ਹੈ ਕੇਜਰੀਵਾਲ ਦੇ। ਫਿਰ ਉਹ ਜਿਹੜਾ ਕਰਨਾਟਕ 'ਚ ਹੈ 32 ਸਾਲ ਇਕੱਠੀ ਬੈਠਾ, ਇਕੱਲੇ ਕਰਨਾਟਕ ਦੇ ਮੁੱਖ ਮੰਤਰੀ ਦੀ ਸਾਈਨ ਹੈ। ਬਾਕੀ 550 ਸਾਲੇ ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਬੰਦੀ ਸਿੱਖਾਂ ਨੇ ਇੰਨੀਆਂ ਨੇ ਕੱਟ ਲੀਆਂ। ਹੁਣ ਅਸੀਂ ਐਲਾਨ ਕਰਦੇ ਗੁਰੂ ਨਾਨਕ ਦੇਵ ਜੀ ਦੇ ਇਸ ਦਿਨ ਤੇ ਕਿ 550 ਸਾਲੇ ਤੇ ਅਸੀਂ ਰਿਹਾ ਕਰਾਂਗੇ। ਫਿਰ ਅਸੀਂ ਉਹਨਾਂ ਇਸ਼ੂਆਂ ਤੇ ਉਸ ਪ੍ਰਿੰਸੀਪਲ ਤੇ ਅਸੀਂ ਮੰਗ ਕਰਦੇ ਹਾਂ। ਇਸ ਕਰਕੇ ਇਹਨਾਂ ਗੱਲਾਂ ਤੇ ਮਤਭੇਦ ਕਰਨਾ, ਮੂਸੇ ਵਾਲੀ ਦੀ ਗੱਲ ਨੂੰ ਕਹਿਣਾ ਕਿ ਇਹਨੂੰ ਬੰਦ ਕਰ ਦਿਓ, ਗੱਲਾਂ ਬੰਦ ਕਰਨਾ ਤਾਂ ਬੰਦ ਨਹੀਂ ਹੁੰਦੀਆਂ। ਇਸ਼ੂ ਹੈ, ਇਸ਼ੂ ਸਾਲਵ ਕਰਨਾ, ਇਸ਼ੂ ਸਾਲਵ ਕਰਨ। ਕੱਲਾ ਪੰਜਾਬ ਦਾ ਥੋੜ੍ਹਾ, ਸਾਰੇ ਹਿੰਦੁਸਤਾਨ ਦੇ ਉਲਝਾਏ ਪਏ ਨੇ। ਮੈਂ ਇਸ ਕਮੇਟੀ ਦਾ ਮੈਂਬਰ ਹਾਂ ਪਾਰਲੀਮੈਂਟ 'ਚ। ਸਾਰੇ ਹਿੰਦੁਸਤਾਨ ਦੇ ਦਰਿਆਵਾਂ ਦੇ ਮਸਲੇ 40-40 ਸਾਲ ਦੇ ਚੱਲਦੇ ਨੇ, ਕਿਸੇ ਦਾ ਹੱਲ ਨਹੀਂ ਹੁੰਦਾ। ਇੱਥੇ ਆ ਕੇ ਧੱਕਾ ਹੁੰਦਾ, ਬਾਕੀ ਤਾਂ ਬੋਲਦੇ ਨਹੀਂ। ਮੈਂ ਤਾਂ ਜਾਣਾ, ਅਸੀਂ ਤਾਂ ਕਰਨਾਟਕਾ ਨਾਲ ਸਾਰੇ ਜਿੰਨਾ ਨਦੀਆਂ ਦਾ ਜਾ ਕੇ ਉੱਥੇ ਜਾ ਕੇ ਮੁਆਇਨਾ ਕਰਦੇ ਹਾਂ, ਦੇਖਦੇ। ਮੈਂ ਇਸ ਕਮੇਟੀ ਦਾ ਮੈਂਬਰ ਹਾਂ, ਰਿਸੋਰਸ ਕਮੇਟੀ ਦਾ, ਵਾਟਰ ਰਿਸੋਰਸ ਦਾ। ਇਸ ਕਰਕੇ ਧੱਕਾ ਇਕੱਲਾ ਪੰਜਾਬ ਨਾਲ ਹੋ ਰਿਹਾ। ਇਸੇ ਕਰਕੇ ਅਸੀਂ ਬਾਰ-ਬਾਰ ਮੰਗ ਉੱਠਦੀ ਹੈ, ਬਾਰ-ਬਾਰ ਲੜਾਈਆਂ ਲੜਦੇ ਆ। ਔਰ ਤੁਹਾਨੂੰ ਕਿਸੇ ਨੂੰ ਇਹ ਯਾਦ ਨਹੀਂ ਹੋਣਾ ਕਿ ਇਹਦੀ ਜਿਹੜੀ ਲੜਾਈ ਸ਼ੁਰੂ ਹੋਈ ਸੀ, ਉਸ ਦਿਨ ਦਰਬਾਰਾ ਸਾਹਿਬ ਮੁੱਖ ਮੰਤਰੀ ਸੀ, ਇੰਦਰਾ ਗਾਂਧੀ ਟੱਕ ਲਾਉਣ ਆਈ ਸੀ, ਔਰ ਮੈਂਬਰ ਪਾਰਲੀਮੈਂਟ ਸੀ ਸਾਰਵਿੰਦਰ ਸਿੰਘ। ਇਹ ਸਾਰੇ ਸਟੇਜ ਤੇ ਸੀ। ਅਸੀਂ ਮੁਜ਼ਾਹਰਾ ਕਰ ਰਹੇ ਸੀ 25-30 ਹਜ਼ਾਰ ਲੈ ਕੇ ਬੰਦੇ ਉਸ ਥਾਂ ਤੇ, ਉਹ ਜਗ੍ਹਾ ਜਿੱਥੇ ਟੱਕ ਲਾਇਆ ਸੀ। ਤੇ ਬਾਦਲ ਸਾਹਿਬ 1000 ਬੰਦਾ ਲੈ ਕੇ ਅਰੈਸਟ ਦੇਣ ਗਏ ਸੀ। ਉਹ ਅਰੈਸਟ ਵਾਸਤੇ ਅਰੈਸਟ ਹੋਏ ਸੀ। ਤੇ ਉੱਥੋਂ ਉਸ ਤਾਂ ਲੜਾਈ ਉਸ ਵੇਲੇ ਦੀ, ਜੇ ਅਸੀਂ ਉਸ ਵੇਲੇ ਨਾ ਰੋਕਦੇ, ਨਿਕਲ ਗਈ ਸੀ। ਤੇ ਅੱਜ ਦੇਖੋ ਪੰਜਾਬ ਦਾ ਕੀ ਹਾਲ ਹੈ, ਪਾਣੀ ਦਾ, ਧਰਤੀ ਦਾ ਕੀ ਹਾਲ ਹੈ। ਸੁੰਦਰ ਸਾਹਿਬ, ਬੀਜੇਪੀ ਜ਼ਿਆਦਾ ਵੋਟਾਂ ਲੈ ਗਈ ਅਕਾਲੀ ਦਲ ਤੋਂ ਸੰਗਰੂਰ ਬਾਈ ਇਲੈਕਸ਼ਨ ਦੇ ਵਿੱਚ, ਤੇ ਕੀ ਕਿੱਦਾਂ ਦੇਖਦੇ ਹੋ? ਕੋਈ ਖਾਸ ਗੱਲ ਨਹੀਂ, ਤਾਂ ਹੁੰਦੀਆਂ ਰਹਿੰਦੀਆਂ, ਕੋਈ ਜ਼ਿਆਦਾ ਵਾਲੀ ਗੱਲ ਹੈ ਨਹੀਂ। ਤੁਸੀਂ ਇਹ ਦੱਸੋ ਕਿ ਸਾਰੀ ਦੁਨੀਆ ਇਕੱਠੀ ਹੋਈ ਤੇ ਫਿਰ ਗੱਲ ਤਾਂ ਉੱਥੇ ਜੀ ਹੈ, ਕੀ 10,000 ਵੱਧ ਕੇ ਘੱਟ। ਕੋਈ ਇਸ ਨੂੰ ਦੇਖੋ, ਮੇਰਾ ਤਾਂ ਇੱਕੋ ਹੀ ਹੈਗਾ ਕਿ ਮੈਂ ਤਾਂ ਤੁਹਾਨੂੰ ਇੱਕ ਗੱਲ ਕਹਿਣਾ ਕਿ ਮੈਂ ਪਰਮਾਤਮਾ ਤੋਂ ਡਰ ਕੇ ਕਹਿਣਾ ਚਾਹੁੰਦਾ ਕਿ ਜੇ ਤੁਹਾਡੇ ਇਰਾਦੇ ਪੂਰੇ ਕਾਇਮ ਨੇ ਤੇ ਤੁਸੀਂ ਏਕਤਾ ਦੇ ਨਾਲ ਅੱਗੇ ਵਧੋ, ਦੁਨੀਆ ਦੀ ਕੋਈ ਤਾਕਤ ਤੁਹਾਨੂੰ ਪਿੱਛੇ ਨਹੀਂ ਹਟਾ ਸਕਦੀ, ਜਿੱਤ ਤੁਹਾਡੀ ਹੁੰਦੀ। ਬੰਦੀ ਸਿੰਘਾਂ ਦੀ ਰਿਹਾਈ ਲਈ ਅਗਲਾ ਕਦਮ ਕੀ ਰਹੂਗਾ? ਚੋਣ ਤਾਂ ਹਾਰ ਗਏ, ਅਗਲਾ ਕਦਮ ਜੋ ਸਾਰੇ ਬਹਿ ਕੇ ਕਰਾਂਗੇ, ਅਸੀਂ ਉਸ ਤੇ ਅੱਗੇ ਸੋਚਾਂਗੇ। ਸਾਰੇ ਇਕੱਲਾ ਮੈਂ ਤਾਂ ਇਕੱਲਾ ਐਲਾਨ ਨਹੀਂ ਕਰ ਸਕਦਾ, ਸਾਰੀਆਂ ਜਥੇਬੰਦੀਆਂ ਇਕੱਠੇ ਬੈਠਾਂਗੇ ਤੇ ਕਰਾਂਗੇ ਜੋ ਅਗਲਾ ਕਦਮ ਜਥੇਬੰਦੀਆਂ ਚੱਕਣਗੀਆਂ, ਕਿਉਂਕਿ ਉਸ ਦਾ ਜਿਹੜਾ ਉਸ ਦੀ ਅਗਵਾਈ ਕਰ ਰਿਹਾ ਉਹ ਧਾਮੀ ਸਾਹਿਬ ਕਰ ਰਿਹਾ, ਉਹ ਸਾਰਾ ਹੋਏਗਾ। ਤੁਸੀਂ ਕਹਿੰਦੇ ਕਿ ਬਾਦਲ ਸਾਹਿਬ ਦੇ ਪਰਿਵਾਰ ਦੀ ਕੁਰਬਾਨੀ ਇੰਨੀ ਹੈ ਕਿ ਬਾਦਲ ਸਾਹਿਬ ਹੀ ਹੁਣ ਪ੍ਰਧਾਨ ਰਹਿਣਗੇ ਪਾਰਟੀ ਦੇ, ਇਹ ਮੰਗਦੀ? ਨਹੀਂ, ਮੈਂ ਤਾਂ ਇਹ ਲਫ਼ਜ਼ ਤਾਂ ਨਹੀਂ ਕਿਹਾ। ਮੈਂ ਇਹ ਤਾਂ ਨਾ ਤਾਂ ਮੈਂ ਬਣਾਇਆ, ਨਾ ਤਾਂ ਦੇਖੋ ਮੇਰੀ ਬੇਨਤੀ ਹੈ ਪਿਆਰ ਨਾਲ, ਤੁਸੀਂ ਮੇਰੇ ਮੂੰਹ 'ਚ ਹੋਰ ਗੱਲਾਂ ਨਾ ਪਾਓ। ਮੈਂ ਸਮਝ ਰਿਹਾ ਨਾ, ਪਰ ਮੈਂ ਚਾਹੁੰਦਾ ਤੁਹਾਨੂੰ ਪੋਜ਼ਿਟਿਵ ਵੇ 'ਤੇ ਲਿਜਾਣਾ ਕਿ ਗੱਲ ਇਹ ਹੈ ਕਿ ਪ੍ਰਧਾਨ ਜੀ ਮੈਂ ਨਹੀਂ ਬਣਾਏ, ਤੇ ਨਾ ਪ੍ਰਧਾਨ ਜੀ ਕਦੇ ਕੋਈ ਵੀ ਹੁੰਦਾ ਜਿਹਨੂੰ ਆਪਾਂ ਪੱਕਾ ਕਹਿ ਸਕਦੇ। ਇਸ ਕਰਕੇ ਪ੍ਰਧਾਨ ਬਕਾਇਦਾ ਕੇਡਰ ਨੇ ਬਣਾਇਆ, ਬਕਾਇਦਾ ਚੋਣ ਹੋਈ ਹੈ, ਭਰਤੀ ਹੋਈ ਹੈ, ਉਹਦੇ ਤਹਿਤ ਬਣੇ ਨੇ, ਪ੍ਰਿੰਸੀਪਲ ਦੇ ਤਹਿਤ ਬਣੇ। ਤੇ ਜਿੱਤਾਂ ਹਾਰਾਂ ਤਾਂ ਹਰ ਪ੍ਰਧਾਨਾਂ ਦੇ ਸਮੇਂ ਹੁੰਦੀਆਂ ਤੇ ਜਿੱਤੀਆਂ ਨੇ ਸਾਰੀਆਂ ਪਾਰਟੀਆਂ ਨੇ। ਅੱਜ ਹੁਣ ਕੇਜਰੀਵਾਲ ਫਿਰ ਦੇਵੇ ਅਸਤੀਫਾ, ਦੱਸੋ ਹੈ ਜੀ? ਨਹੀਂ, ਉਹ ਤਾਂ ਜੀ ਚੋਣ ਹੁੰਦੀ ਹੈ। ਜਦੋਂ ਅਸੀਂ ਭਰਤੀ ਕਰਦੇ ਹਾਂ, ਭਰਤੀ ਕੋਈ ਚੋਣ ਹੁੰਦੀ ਹੈ, ਚੋਣ ਦੇ ਵਿੱਚ ਫਿਰ ਡੈਲੀਗੇਟ ਹੁੰਦੇ, ਉਹ ਤਰੀਕਾ ਹੁੰਦਾ। ਇੱਕ ਮਿੰਟ, ਅੱਜ ਤੱਕ ਅਕਾਲੀ ਦਲ ਦੇ 100 ਸਾਲ ਤੋਂ ਵੱਧ ਇਤਿਹਾਸ ਦੇ ਵਿੱਚ ਕੋਈ ਪ੍ਰਧਾਨ ਅਪਾਇੰਟ ਨਹੀਂ ਕੀਤਾ ਗਿਆ, ਨਾ ਹੀ ਕੋਈ ਪ੍ਰਧਾਨ ਡਿਸਮਿਸ ਕੀਤਾ ਗਿਆ। ਪ੍ਰਧਾਨ ਦਾ ਇੱਕ ਪ੍ਰੋਸੀਜਰ ਹੈ,
ਉਹ ਪ੍ਰੋਸੀਜਰ ਰਾਹੀਂ ਚੁਣੇ ਜਾਂਦੇ ਆ, ਨਾ ਉਹ ਇੱਥੇ ਕਈ ਬੰਦੇ ਕਹਿੰਦੇ ਆ ਕਿ ਜੀ ਬਾਦਲ ਸਾਹਿਬ ਦੀ ਜੇਬ ਚੋਂ SGPC ਦੇ। ਬਾਦਲ ਸਾਹਿਬ ਕਿਹਦੀ ਜੇਬ ਚੋਂ ਨਿਕਲਦੇ ਆ? ਲੋਕਾਂ ਦੀ ਜੇਬ ਚੋਂ, ਲੋਕਾਂ ਦੇ ਦਿਲਾਂ ਚੋਂ। ਲੋਕੀ ਉਹਨਾਂ ਨੂੰ ਆਥੋਰਾਈਜ਼ ਕਰਦੇ, ਜਿਵੇਂ ਸਰਦਾਰ ਬਲਜਿੰਦਰ ਸਿੰਘ ਹਮਦਰਦ ਜਿਹੜੇ ਨੇ ਟਰਸਟ ਉਹਨਾਂ ਨੂੰ ਆਥੋਰਾਈਜ਼ ਕਰਦਾ ਕਿ ਤੁਹਾਨੂੰ ਸਪੈਸ਼ਲ ਕੋਰਸਪੋਂਡੈਂਟ ਲਾ ਦੇ, ਬਿਊਰੋ ਚੀਫ ਲਾ ਦੇ। ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਹਮਦਰਦ ਸਾਹਿਬ ਦੀ ਜੇਬ ਚੋਂ ਨਿਕਲੇ ਹੋ। ਸੋ ਇਹ ਕਈ ਵਾਰੀ ਨਾ ਜਾਣ-ਬੁੱਝ ਕੇ ਵਿਰੋਧੀ ਇੱਦਾਂ ਦੀਆਂ ਗੱਲਾਂ ਫੈਲਾਉਂਦੇ ਨੇ। ਡੈਮੋਕ੍ਰੈਟਿਕ ਪਾਰਟੀ ਹੈ, ਡੈਮੋਕ੍ਰੈਟਿਕਲੀ ਇਲੈਕਟਡ। ਭੁੰਦੜ ਸਾਹਿਬ ਬਾਰ-ਬਾਰ ਜਿਹੜੇ ਗੱਲ ਐਮਫੇਸਾਈਜ਼ ਕਰ ਰਹੇ ਨੇ, ਭੁੰਦੜ ਸਾਹਿਬ ਵੀ ਜੋ ਭੁੰਦੜ ਸਾਹਿਬ ਨੇ ਪਾਰਟੀ ਦੇ ਬਣਾਏ ਹੋਏ ਨੇ, ਤਾਂ ਉਹ ਸਾਰੇ ਪਾਰਟੀ ਦੀ ਜੇਬ ਚੋਂ ਨਿਕਲਦਾ ਸਾਰਾ ਕੁਛ, ਹੋਰ ਕਿਤੋਂ ਨਹੀਂ ਨਿਕਲਦਾ ਹੁੰਦਾ। ਔਰ ਦੂਸਰੀ ਗੱਲ ਜਿਹੜੀ ਤੁਸੀਂ ਬਾਰ-ਬਾਰ ਕਰ ਰਹੇ ਹੋ ਕਿ ਬਾਦਲ ਦਲ ਤੇ ਇਹ ਉਹ, ਮਾਨ ਦਲ ਨੂੰ ਤੁਸੀਂ ਮਾਨ ਦਲ ਨਹੀਂ ਕਹਿੰਦੇ ਆ ਨਾ। ਇਸ ਤਰ੍ਹਾਂ ਕਈ ਵਾਰੀ ਪ੍ਰਧਾਨਾਂ ਦੇ ਨਾਂ ਦੇ ਉੱਤੇ ਪਾਰਟੀ ਦਾ ਨਾਂ ਚੱਲ ਜਾਂਦਾ। ਲੇਕਿਨ ਬਾਦਲ ਸਾਹਿਬ ਨੇ ਭੁੰਦੜ ਸਾਹਿਬ ਦੀ ਹਾਜ਼ਰੀ 'ਚ ਮੇਰੇ ਆਪ ਨਾਲ ਬੈਠਾ ਸੀ, ਬਾਦਲ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਮੇਰੀ ਹੱਥ ਜੋੜ ਕੇ ਬੇਨਤੀ ਹੈ, ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਪੰਥ ਦੀ ਪਾਰਟੀ ਹੈ, ਪੰਜਾਬ ਦੀ 100 ਸਾਲਾ ਪਾਰਟੀ ਹੈ, ਪ੍ਰਧਾਨ ਬਦਲਦੇ ਰਹਿੰਦੇ ਆ। ਹਰ ਵਾਰੀ ਤੁਸੀਂ ਜਦੋਂ ਲੌਂਗੋਵਾਲ ਸਾਹਿਬ ਪ੍ਰਧਾਨ ਸੀ ਤੁਸੀਂ ਲੌਂਗੋਵਾਲ ਪਾਰਟੀ ਕਹਿਣ ਲੱਗ ਪਏ ਸੀਗੇ, ਲੌਂਗੋਵਾਲ ਦਲ ਕਹਿਣ ਲੱਗ ਪਏ ਸੀਗੇ, ਲੇਕਿਨ ਰਿਹਾ ਤਾਂ ਸ਼੍ਰੋਮਣੀ ਅਕਾਲੀ ਦਲ। ਸੋ ਇਹ ਜਿਹੜੀਆਂ ਗੱਲਾਂ ਨੇ ਨਾ, ਇਹ ਜਾਣਬੁੱਝ ਕੇ ਕਈ ਵਾਰੀ ਕਨਫਿਊਜ਼ ਕਰਨ ਨੂੰ ਫੈਲਾਈਆਂ ਜਾਂਦੀਆਂ, ਬਦਨਾਮ ਕਰਨ ਨੂੰ ਫੈਲਾਈਆਂ ਜਾਂਦੀਆਂ। ਬੇਸਿਕਲੀ ਯੂ ਆਲਸੋ ਨੋ, ਸਾਰੇ ਪੜ੍ਹੇ ਲਿਖੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਕੌਣ ਹੈ, ਉਹਦੀ ਸਟਰਕਚਰ ਕੀ ਹੈ, ਉਹਦਾ ਸੰਵਿਧਾਨ ਕੀ ਹੈ, ਉਹਦੇ ਰਾਹੀਂ ਹੀ ਚੁਣਿਆ ਜਾ ਸਕਦਾ, ਉਹਦੇ ਰਾਹੀਂ ਹੀ ਲਾਇਆ ਜਾ ਸਕਦਾ, ਹੋਰ ਕੋਈ ਤਰੀਕਾ ਨਹੀਂ ਹੈ। ਔਰ ਕਈ ਮਸਲੇ ਜਿਹੜੇ ਪਾਰਟੀ ਦੇ ਨੇ ਉਹ ਪਾਰਟੀ ਦੇ ਅੰਦਰ ਹੁੰਦੇ ਨੇ। ਕੋਰਟ ਜਿਵੇਂ ਤੁਹਾਡੇ ਟਰਸਟ ਦੇ, ਅਜੀਤ ਟਰਸਟ ਦੇ ਜਾਂ ਹੋਰ ਅਖਬਾਰਾਂ ਦੇ, ਉਹ ਤੁਸੀਂ ਆਪਣੇ ਅੰਦਰ ਮੈਨੇਜਮੈਂਟ 'ਚ ਬੈਠ ਕੇ ਕਰਦੇ ਹੋ। ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਵੀ ਅੰਦਰ ਬੈਠ ਕੇ ਕਰਦਾ। ਜੇ ਕੋਈ ਮੈਂਬਰ ਬਾਹਰ ਕਰ ਵੀ ਦੇਵੇ, ਜਿਵੇਂ ਤੁਸੀਂ ਜਗਮੀਤ ਬਰਾੜ ਹੋਣਾ ਦੀ ਗੱਲ ਕਰ ਰਹੇ ਹੋ, ਬੜੇ ਸਤਿਕਾਰਯੋਗ ਨੇ, ਲੇਕਿਨ ਉਹਨਾਂ ਦਾ ਨਿੱਜੀ ਵਿਊ ਆ ਉਹ। ਲੇਕਿਨ ਅਸਲੀ ਵਿਊ ਕਿਹਦਾ ਹੋਏਗਾ? ਜਿਹੜਾ ਪਾਰਟੀ ਦਾ ਵੀ ਹੋਏਗਾ। ਜੋ ਵੀ ਹੋਏਗਾ, ਚਾਹੇ ਸ਼ਾਇਦ ਬਰਾੜ ਸਾਹਿਬ ਵਾਲਾ ਹੋਵੇ ਜਾਂ ਉਹਦੇ ਉਲਟ ਹੋਵੇ, ਲੇਕਿਨ ਜੋ ਵੀ ਹੋਵੇ ਉਹ ਪਾਰਟੀ ਦਾ ਵੀ ਹੁੰਦਾ। ਮੇਰਾ ਵੀ ਥੋੜ੍ਹੇ ਮੈਟਰ ਕਰਦਾ ਉੱਥੇ। ਇਸ ਕਰਕੇ ਬੇਨਤੀ ਇਹ ਹੈ ਕਿ ਜਿਹੜੀਆਂ ਇਹ ਕਾਈਟ ਫਲਾਈਂਗ ਜਿਹੜੀ ਹੈ ਥੋੜ੍ਹੀ ਜਿਹੀ, ਤੁਸੀਂ ਤਾਂ ਖੈਰ ਮੇਰੇ ਤੋਂ ਜ਼ਿਆਦਾ ਜਾਣਦੇ ਹੋ, ਪਰ ਥੋੜ੍ਹਾ ਜਿਹਾ ਮੈਂ ਵੀ ਮੀਡੀਆ 'ਚ ਰਿਹਾ ਨਾ, ਅਤੇ ਇਸ ਕਰਕੇ ਉਹ ਤਾਂ ਥੋੜ੍ਹਾ ਜਿਹਾ ਆਪਾਂ ਸਟੇਟ ਦੇ ਹਿੱਤ ਦੇ ਵਿੱਚ। ਅੱਛਾ, ਦੂਸਰੀ ਗੱਲ ਜਿਹੜੀ ਤੁਸੀਂ ਬਾਰ-ਬਾਰ ਕਰ ਰਹੇ ਹੋ ਸ਼ੋਇੰਗ ਦੀ, ਦੇਖੋ ਮਾਨ ਸਾਹਿਬ ਦਾ ਆਪਾਂ ਬੜਾ ਸਤਿਕਾਰ ਕਰਦੇ ਹਾਂ, ਲੋਕਾਂ ਨੇ ਉਹਨਾਂ ਨੂੰ ਮਾਣ ਬਖਸ਼ਿਆ, ਲੇਕਿਨ ਮਾਨ ਸਾਹਿਬ ਖੁਦ ਹੀ ਕਹਿੰਦੇ ਆ ਕਿ ਕਿਸੇ ਵੇਲੇ ਲੋਕ ਕਹਿੰਦੇ ਸੀ ਕਿ ਮੈਨੂੰ ਤਾਂ ਕੋਈ ਵੋਟ ਨਹੀਂ ਪਾਉਂਦਾ। 13,000 ਵੋਟ ਉਹਨਾਂ ਨੂੰ ਪਈ ਸੀ ਇੱਕ ਵਾਰੀ, ਸਾਨੂੰ ਤਾਂ ਫਿਰ 50,000 ਦੇ ਨੇੜੇ ਪਈ ਹੈ, ਲੇਕਿਨ ਉਹਨਾਂ ਨੂੰ 13,000 ਪਈ ਸੀ, ਲੇਕਿਨ ਉਹਨੇ ਹੌਸਲਾ ਤਾਂ ਨਹੀਂ ਛੱਡਤਾ। ਲੜੀ ਗਏ 22 ਸਾਲ ਬਾਅਦ ਉਹ ਦੁਬਾਰਾ ਜਿੱਤੇ ਨੇ। ਤਾਂ ਇਸ ਤਰ੍ਹਾਂ ਹੁੰਦਾ ਹੈ ਜ਼ਿੰਦਗੀ ਦੇ ਵਿੱਚ, ਕਈ ਵਾਰੀ ਇਹ ਸਾਰਾ ਕੁਝ ਚੱਲਦਾ। ਦੇਖੋ ਮੇਰਾ ਮਤਲਬ ਇਹ ਹੈ ਕਿ ਪਾਰਟੀ, ਭੁੰਦੜ ਸਾਹਿਬ ਨੇ ਬਹੁਤ ਖੂਬਸੂਰਤੀ ਨਾਲ ਗੱਲ ਕਰਤੀ ਹੈ ਕਿ ਬੰਦੀ ਸਿੰਘਾਂ ਦੀ ਵੀ ਜਿਹੜੇ ਇਸ਼ੂ ਸੀਗਾ ਉਹ ਇਕੱਲੇ ਉਹਨਾਂ ਸਿੰਘਾਂ ਦਾ ਨਹੀਂ ਸੀ ਜਿਹੜੇ ਬੰਦੀ ਸਿੰਘ ਹੈ, ਉਹਨਾਂ ਦਾ ਤਾਂ ਹੈ ਹੀ ਹੈ, ਲੇਕਿਨ ਇੱਕ ਵੱਡਾ ਇਸ਼ੂ ਹੈ ਜਿਹੜਾ ਕਿ 6ਵੇਂ ਪਾਤਸ਼ਾਹ ਦਾ ਔਰ ਗੁਰੂ ਤੇਗ ਬਹਾਦਰ ਮਹਾਰਾਜ ਦਾ, ਕਿ ਹਿਊਮਨ ਰਾਈਟਸ ਲਈ ਅਕਾਲੀ ਦਲ ਦੂਜਿਆਂ ਦੇ ਹੱਕਾਂ ਲਈ ਵੀ ਲੜਦਾ ਜਾ ਕੇ ਰਿਹਾ। ਐਮਰਜੈਂਸੀ ਦੀ ਲੜਾਈ ਕੋਈ ਸਾਡੀ ਲੜਾਈ ਥੋੜ੍ਹੇ ਸੀ, ਦੇਸ਼ ਦੀ ਲੜਾਈ ਸੀ, ਲੜੀ ਕੇ ਨੇ ਸਿਰਫ ਅਕਾਲੀ ਦਲ ਨੇ। ਸੋ ਉਹ ਪਿੱਛੇ ਥੋੜ੍ਹੇ ਹਟੇ, ਪਾਵਰ 'ਚੋਂ ਬਾਹਰ ਹੋ ਗਏ। 18 ਸਾਲ ਬਾਦਲ ਸਾਹਿਬ ਬਾਹਰ ਰਹੇ ਪਾਵਰ 'ਚੋਂ, ਲੇਕਿਨ ਇਹ ਤਾਂ ਨਹੀਂ ਉਹਨਾਂ ਨੇ ਕਿਹਾ ਮੈਂ ਕੰਪਰੋਮਾਈਜ਼ ਕਰਦਾ। ਔਰ ਜਿਹੜੀ ਤੁਸੀਂ ਸਿੱਧੂ ਮੂਸੇਵਾਲੇ ਦੀ ਗੱਲ ਕਰਦੇ ਹੋ, ਉਹ ਤਾਂ 100 ਗਏ ਅਕਾਲੀ ਦਲ ਦਾ, ਉਹ ਤਾਂ ਗਾਣਾ ਹੀ ਅਕਾਲੀ ਦਲ ਦਾ ਹੈ, ਕਿਉਂਕਿ ਗੱਲਾਂ ਮੰਗ ਕੀ ਰਿਹਾ, SYL, ਚੰਡੀਗੜ੍ਹ, ਹੱਕ ਬੰਦੀ ਸਿੰਘ, ਸਾਰੇ ਸਿੱਖਾਂ ਦੀ ਗੱਲ ਕਰ ਰਿਹਾ, ਸਾਰੇ ਪੰਥ ਦੀ ਗੱਲ ਕਰ ਰਿਹਾ, ਪੰਜਾਬ ਦੀ ਗੱਲ ਕਰ ਰਿਹਾ। ਤਾਂ ਅਸੀਂ ਤਾਂ ਕੱਲੇ ਪ੍ਰਧਾਨ ਸਾਹਿਬ ਨੇ ਉਹਨੂੰ ਕਹਿਤਾ ਸੀਗਾ ਕਿ ਅਸੀਂ ਬੈਨ ਨੂੰ ਅਪੋਜ਼ ਕਰਦੇ ਹਾਂ। ਉਹ ਤਾਂ ਗਾਣਾ ਹੀ ਸ਼੍ਰੋਮਣੀ ਅਕਾਲੀ ਦਲ ਦੇ ਜਜ਼ਬਾਤ, ਪੰਜਾਬ ਦੇ ਜਜ਼ਬਾਤ, ਪੰਥ ਦੇ ਜਜ਼ਬਾਤ ਇੱਕ ਨੇ, ਔਰ ਉਹਨਾਂ ਜਜ਼ਬਾਤ ਬਾਰੇ ਉਹ ਗਾਣਾ ਹੈ। ਵੈਸਾ ਲੰਬਾ ਸਮਾਂ ਤੁਸੀਂ BJP ਦੇ ਨਾਲ ਰਹੇ ਹੋ, ਜੇ ਅਕਾਲੀ ਦਲ ਦਾ ਗਾਣਾ ਸੀ, ਫਿਰ ਇਹ ਗਾਣੇ ਦੇ ਉੱਤੇ ਕੰਮ ਕਿਉਂ ਨਹੀਂ ਕੀਤਾ ਗਿਆ? ਬੜਾ ਲੰਬਾ ਕੀਤਾ ਇਹਦਾ ਇਹ ਕਾਕਾ, ਇਹਦੇ ਵਿੱਚ ਤਾਂ ਅਸੀਂ ਬੜੀਆਂ ਜੇਲ੍ਹਾਂ, ਜਿਹੜਾ ਪੰਜਾਬ ਦਾ ਖੂਨ ਖਰਾਬਾ ਹੋਇਆ ਇਹ SYL ਤੇ ਹੀ ਹੋਇਆ। ਪੰਜਾਬ ਦੇ ਇਸ਼ੂਆਂ ਤੇ ਅਸੀਂ 10 ਸਾਲ ਲੜੇ, ਉਸੇ ਤੇ ਬਾਈਕਾਟ ਕੀਤੇ, ਉਸੇ ਤੇ ਖੂਨ ਖਰਾਬਾ ਹੋਇਆ, ਉਸੇ ਕਾਰਨ ਹੀ ਸਾਨੂੰ ਮਾਰਿਆ ਗਿਆ, ਉਸੇ ਕਾਰਨ ਹੀ ਬਲੂ ਸਟਾਰ ਹੋਇਆ। ਇਹਦੇ ਤਾਂ ਵਧਈ ਅਸੀਂ ਆ ਸਾਰਾ ਕੁਛ। ਇਹ ਤੋਂ ਵੱਧ ਕੌਣ ਲੜ ਸਕਦਾ ਅਕਾਲੀ ਦਲ ਤੋਂ ਵੱਧ? ਕਿੰਨਾ ਚਿਰ ਅਸੀਂ ਜੇਲ੍ਹਾਂ 'ਚ ਰਹੇ, ਬਾਰ-ਬਾਰ ਅਸੀਂ ਜੇਲ੍ਹਾਂ ਜਾਂਦੇ ਸੀ, ਬਾਰ-ਬਾਰ ਅਸੀਂ ਡਾਂਗਾ ਖਾਂਦੇ ਸੀ। ਨਹੀਂ, ਬੈਨ ਤਾਂ ਗਲਤ, ਮੈਂ BJP ਦਾ ਤਲਕ ਨਹੀਂ, ਤਲਕ ਸਰਕਾਰ ਦਾ। ਅਸੀਂ ਕਹਿੰਦੇ ਗਲਤ ਕੀਤਾ, 100% ਗਲਤ ਕੀਤਾ। ਬੋਲਣ ਦੀ ਆਜ਼ਾਦੀ, ਤੁਸੀਂ ਕਿਸੇ ਦਾ ਮੂੰਹ ਬੰਦ ਕਰਕੇ ਥੋੜ੍ਹਾ ਉਹਦੀ ਜਿਹੜੀ ਦਿਲ ਦੀ ਆਵਾਜ਼ ਬੰਦ ਕਰ ਦਿਓਗੇ। ਇਹ ਤਾਂ ਪੰਜਾਬ ਦੇ ਹੱਕਾਂ ਦੀ ਆਵਾਜ਼ ਹੈ, ਇਹਨੂੰ ਕੌਣ ਬੰਦ ਕਰ ਸਕਦਾ? ਇਸ ਕਰਕੇ ਇਹਦੇ ਵਾਸਤੇ ਅਕਾਲੀ ਦਲ ਲੜਦਾ ਆਇਆ, ਲੜਦਾ ਰਹੇਗਾ, ਕਦੇ ਵੀ ਕੋਈ ਐਸੀ ਗੱਲ ਨਹੀਂ ਕਿ ਇਸ ਤੋਂ ਪਿੱਛੇ। ਦੂਜੀ ਇੱਕ ਮੈਂ ਆਖਰ 'ਚ ਤੁਹਾਨੂੰ ਅਪੀਲ ਕਰਦਾ, ਮੈਂ ਤੁਹਾਡੇ ਸਾਰਿਆਂ ਰਾਹੀਂ, ਕਿ ਦੇਖੋ ਛੋਟਾ ਜਿਹਾ ਸੇਵਾਦਾਰ ਹੋਣ ਦੇ ਨਾਤੇ ਮੈਂ ਸਾਰੀ ਪਾਰਟੀ ਦੇ ਕੇਡਰ ਤੋਂ ਲੈ ਕੇ ਸਾਰੇ ਪੰਥ ਹਮਦਰਦੀਆਂ ਨੂੰ, ਔਰ ਜੋ ਪੰਜਾਬ ਦੇ ਭਲੇ ਸੋਚਦੇ ਨੇ, ਕਿ ਉਹਦੇ ਵਾਸਤੇ ਅਪੀਲ ਕਰਦਾ ਕਿ ਸਾਨੂੰ ਇਕੱਠੇ ਹੋ ਕੇ, ਕੋਈ ਕਿਸੇ ਇੱਧਰ ਉੱਧਰ ਦੀ ਗੱਲ 'ਚ ਨਹੀਂ, ਇਕੱਠੇ ਹੋ ਕੇ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਕੰਮ ਕਰਨਾ ਚਾਹੀਦਾ। ਮੇਰੀ ਸਾਰਿਆਂ ਨੂੰ ਅਪੀਲ ਹੈ, ਔਰ ਜੋ ਕੋਈ ਅਸੀਂ ਬਹਿ ਕੇ ਅੰਦਰ ਬੈਠ ਕੇ ਸੋਚ ਕੇ ਅੱਗੇ ਵਧੀਏ, ਤਾਂ ਕਿ ਪਾਰਟੀ ਹੈ ਜਿਹੜੀ
ਇਸ ਸੂਬੇ ਦਾ ਦੇਸ਼ ਦਾ ਭਲਾ ਕਰਨ ਵਾਸਤੇ ਲੜ ਸਕੇ। ਇਹ ਮੇਰੀ ਅਪੀਲ ਹੈ ਸਾਰਿਆਂ ਨੂੰ। ਧੰਨਵਾਦ।